ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੀ ਜੌਬ ਮਾਰਕੀਟ ਦੇ ਵਿੱਚ ਆਈ ਗਿਰਾਵਟ, 2 ਲੱਖ ਦੇ ਕਰੀਬ ਨੌਕਰੀਆਂ ਹੋਈਆਂ ਖਤਮ। BC 'ਚ ਜੌਬਸ ਮਿਨਿਸਟਰ ਰਵੀ ਕਾਲੋ ਨੇ ਨੌਕਰੀਆਂ ਦੀ ਰਿਪੋਰਟ ਬਿਹਤਰ ਹੋਣ ਦਾ ਕੀਤਾ ਦਾਅਵਾ। ਇਮੀਗ੍ਰੇਸ਼ਨ ਬੈਕਲੌਗ ਕਲੀਅਰ ਹੋਣ ਤੇ ਸੱਦੇ ਜਾਣਗੇ ਹੋਰ ਵਰਕਰ। ਸ਼ਰੇਆਮ ਚੱਲ ਰਹੀਆਂ ਨੇ ਸਰੀ ਤੇ ਡੈਲਟਾ ਦੇ ਵਿੱਚ ਗੋਲੀਆਂ। ਹਰ ਦੂਜੇ ਦਿਨ ਵਾਪਰ ਰਹੀ ਹੈ ਕੋਈ ਨਾ ਕੋਈ ਵਾਰਦਾਤ। ਜਿੱਥੇ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਅਹਿਮ ਖਬਰ ਦੇ ਉੱਤੇ ਨਜ਼ਰ ਪਾ ਲੈਂਦੇ ਹਾਂ ਜੋ ਕਿ ਜੌਬਸ ਮਾਰਕੀਟ ਤੋਂ ਆਈ ਹੈ। ਇਸ ਵੇਲੇ ਜਿਹੜੀ ਰਿਪੋਰਟ ਨਸ਼ਰ ਕੀਤੀ ਗਈ ਹੈ ਉਸ ਦੇ ਮੁਤਾਬਕ ਇਸ ਵਾਰ ਦੀ ਰਿਕਾਰਡ ਤੋੜ ਜਿਹੜੀ ਹੈ ਉਹ ਕਮੀ ਦਰਜ ਕੀਤੀ ਗਈ ਹੈ ਜੌਬਸ ਮਾਰਕੀਟ ਦੇ ਵਿੱਚ। ਓਮਿਕਰੋਨ ਤੇ COVID-19 ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। 2021 ਤੋਂ ਬਾਅਦ 6.5 ਤੱਕ ਇਹ ਬੇਰੁਜ਼ਗਾਰੀ ਦਰ ਪਹੁੰਚਣਾ ਇੱਕ ਵੱਡੀ ਚਿੰਤਾ ਵੀ ਪੈਦਾ ਕਰ ਰਹੀ ਹੈ, ਜਿਸ ਦੇ ਉੱਤੇ ਸਟੈਟਿਸਟਿਕਸ ਕੈਨੇਡਾ ਨੇ ਆਪਣੀ ਰਿਪੋਰਟ ਜਿਹੜੀ ਹੈ ਦਰਜ ਕੀਤੀ ਹੈ ਔਰ ਇਸ ਰਿਪੋਰਟ ਦੇ ਉੱਤੇ ਵਿਸਥਾਰ ਦੇ ਨਾਲ ਨਜ਼ਰ ਮਾਰ ਲੈਂਦੇ ਹਾਂ। ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਮਹੀਨੇ ਦੀ ਇੱਕ ਰਿਪੋਰਟ ਨਸ਼ਰ ਕੀਤੀ ਜਿਸ ਮੁਤਾਬਕ ਜੌਬਸ ਮਾਰਕੀਟ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਦਾ ਕਾਰਨ ਓਮਿਕਰੋਨ ਵੇਰੀਐਂਟ ਦੇ ਫੈਲਣ ਦੇ ਵਿਚਕਾਰ ਲਗਾਈਆਂ ਗਈਆਂ ਪਾਬੰਦੀਆਂ ਤੇ ਜਿਹੜਾ ਉਹ ਲਗਾਉਣਾ ਕਾਰਨ ਰਿਹਾ। ਇਹ ਦਸੰਬਰ ਦੇ ਮੁਕਾਬਲੇ 0.5% ਵੱਧ ਹੈ, ਜਦੋਂ ਕੈਨੇਡਾ ਨੇ 2020 ਦੀ ਸ਼ੁਰੂਆਤ ਤੋਂ ਬਾਅਦ ਆਪਣੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਨੂੰ ਖਤਮ ਕੀਤਾ ਹੈ। ਲੱਖਾਂ ਨੌਕਰੀਆਂ ਖੁੱਸਣ ਕਾਰਨ ਬੇਰੁਜ਼ਗਾਰੀ ਦੀ ਦਰ 6.5% ਤੱਕ ਪਹੁੰਚ ਗਈ ਹੈ। ਇਹ ਕਮੀ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਨੂੰ ਦਰਸਾਉਂਦੀ ਹੈ, ਜਦੋਂ ਆਰਥਿਕਤਾ ਨੇ 2,07,800 ਨੌਕਰੀਆਂ ਘਟਾਈਆਂ। ਰਿਹਾਇਸ਼ ਤੇ ਭੋਜਨ ਸੇਵਾਵਾਂ ਸਭ ਤੋਂ ਮੁਸ਼ਕਿਲ ਉਦਯੋਗ ਸਨ ਤੇ ਔਰਤਾਂ ਤੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਨਸ਼ਰ ਕੀਤੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਜਨਵਰੀ ਦੇ ਵਿੱਚ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਜਾਂ ਔਰਤਾਂ ਲਈ ਕੁੱਲ ਰੁਜ਼ਗਾਰ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਦਾ ਇਹ ਕਹਿਣਾ ਹੈ ਕਿ ਜ਼ਿਆਦਾਤਰ ਨੌਕਰੀਆਂ ਦੇ ਨੁਕਸਾਨ ਓਨਟਾਰੀਓ ਤੇ ਕਿਊਬੈਕ ਦੇ ਵਿੱਚ ਸਨ, ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਸਭ ਤੋਂ ਸਖਤ ਉਪਾਅ ਲਾਗੂ ਕੀਤੇ ਕਿਉਂਕਿ ਦਸੰਬਰ ਵਿੱਚ COVID-19 ਰੋਗ ਕਾਫੀ ਫੈਲ ਚੁੱਕਿਆ ਸੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਲਗਭਗ 10% ਕਰਮਚਾਰੀ ਬਿਮਾਰੀ ਜਾਂ ਅਪਾਹਜਤਾ ਕਾਰਨ ਜਨਵਰੀ ਦੇ ਇੱਕ ਹਿੱਸੇ ਜਾਂ ਪੂਰੇ ਦੇ ਲਈ ਕੰਮ ਤੋਂ ਗੈਰ ਹਾਜ਼ਰ ਰਹੇ। ਇਹ ਪਿਛਲੇ ਸਾਲਾਂ ਵਿੱਚ ਆਮ ਤੌਰ ਤੇ ਜਨਵਰੀ ਮਹੀਨੇ ਦੇ ਵਿੱਚ ਰੁਜ਼ਗਾਰਦਾਤਾਵਾਂ ਦੇ ਮੁਕਾਬਲੇ ਵੱਧ ਹੈ, ਹਾਲਾਂਕਿ ਅਜੇ ਵੀ ਉਸੇ ਦਰ ਤੇ ਨਹੀਂ ਹੈ ਜਿਵੇਂ ਕਿ ਦੇਸ਼ ਨੇ ਮਾਰਚ 2020 ਦੇ ਵਿੱਚ ਦੇਖਿਆ ਸੀ। ਮਹਾਮਾਰੀ ਦੀ ਸ਼ੁਰੂਆਤ ਦੌਰਾਨ 8.1% ਕਰਮਚਾਰੀ ਕੰਮ ਤੋਂ ਗੈਰ ਹਾਜ਼ਰ ਸਨ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ BC ਦੀ ਜਿਹੜੀ ਜੌਬਸ ਮਾਰਕੀਟ ਦੀ ਰਿਪੋਰਟ ਹੈ ਉਸ ਬਿਲਕੁਲ ਜਿਹੜੀ ਕੈਨੇਡਾ ਦੀ ਰਿਪੋਰਟ ਹੈ ਉਸ ਤੋਂ ਉਲਟ ਹੈ। BC ਦੇ ਵਿੱਚ ਰਵੀ ਕਾਲੋ ਜਿਹੜੇ ਕਿ ਮਿਨਿਸਟਰ ਨੇ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇੱਥੇ ਬਿਲਕੁਲ ਸਹੀ ਗ੍ਰਾਫ ਦੇ ਉੱਤੇ ਜਾ ਰਹੇ ਹਾਂ ਔਰ ਜੌਬਸ ਮਾਰਕੀਟ ਦੇ ਵਿੱਚ ਕਾਫੀ ਵਿਕਲਪ ਵੀ ਨੇ। ਹਾਲਾਂਕਿ ਉਹਨਾਂ ਇਹ ਗੱਲ ਵੀ ਕਹੀ ਹੈ ਕਿ ਕਿਤੇ ਨਾ ਕਿਤੇ ਇੱਥੇ ਨੌਕਰੀਆਂ ਜ਼ਿਆਦਾ ਨੇ ਤੇ ਵਰਕਰ ਘੱਟ ਨੇ। ਅਜਿਹੇ ਦੇ ਵਿੱਚ ਇਮੀਗ੍ਰੇਸ਼ਨ ਬੈਕਲੌਗ ਪੂਰਾ ਹੋਣ ਤੇ ਹੋਰ ਵਰਕਰ ਜਿਹੜੇ ਨੇ ਉਹ ਸੱਦੇ ਜਾਣ ਦੀ ਉਹਨਾਂ ਗੱਲ ਆਖੀ ਆ। ਉਹ ਸੁਣਦੇ ਹਾਂ ਹੋਰ ਕੀ ਕੁਝ ਕਹਿਣਾ ਸੀ ਰਵੀ ਕਾਲੋ ਦਾ। ਰਵੀ ਕਾਲੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਪੰਜਾਬੀ ਤੇ। ਰਵੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ, ਇੱਕ ਰਿਪੋਰਟ ਉਹ ਹੈਗੀ ਹੈ ਜਿਹੜੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਿਹੜੀ ਹੈ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲੀ, ਜਿਹਦੇ ਵਿੱਚ ਜੌਬਸ ਮਾਰਕੀਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਘਾਟਾ ਦਰਜ ਕੀਤਾ ਜਾ ਰਿਹਾ ਹੈ। 2 ਲੱਖ ਦੇ ਕਰੀਬ ਜਿਹੜੀਆਂ ਨੌਕਰੀਆਂ ਉਹ ਘਟਣ ਦੀ ਗੱਲ ਕਹੀ ਜਾ ਰਹੀ ਹੈ। ਇੱਕ ਰਿਪੋਰਟ ਉਹ ਹੈ ਜਿਹੜੀ ਤੁਹਾਡੇ ਵੱਲੋਂ ਸਾਹਮਣੇ ਆ ਰਹੀ ਹੈ, ਇੱਕ ਉਹ ਸਟੇਟਮੈਂਟ ਹੈ ਕਿ ਕ੍ਰਾਈਸਿਸ ਦੇ ਵਿੱਚ ਲੋਕ ਨਹੀਂ ਹੈ, ਕਿਤੇ ਨਾ ਕਿਤੇ ਹੋਰ ਜਿਹੜੀਆਂ ਨਵੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ, ਕਈ ਵਿਕਲਪ ਇਸ ਵੇਲੇ ਸਾਹਮਣੇ ਨੇ। ਸੋ ਇਸ ਵੇਲੇ ਲੋਕ BC ਦੇ ਕੀ ਸੋਚਣ, ਕੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਜਿਹੜੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ? Well, Canada-wide 200,000 jobs lost ਹੋਈਆਂ, ਪਰ BC ਵਿੱਚ ਅਸੀਂ jobs gain ਕੀਤੀਆਂ। So ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਅਸੀਂ ਨੋਟਿਸ ਕਰ ਰਹੇ ਹਾਂ ਜਦੋਂ job losses ਹੋਈਆਂ, every month BC ਅਸੀਂ jobs gain ਕਰ ਰਹੇ ਹਾਂ। In fact, right now BC ਵਿੱਚ more people ਹੁਣ ਕੰਮ ਕਰ ਰਹੇ ਆ ਜਿਹੜੇ ਪੈਂਡੈਮਿਕ ਦੇ ਨਾਲ ਪਹਿਲਾਂ। So ਇਹ ਜਿਹੜੀ ਰਿਪੋਰਟ ਆ of course Canada ਲਈ challenging ਆ, ਪਰ BC ਲਈ very positive news ਆ। ਜੀ, BC ਦੇ ਵਿੱਚ ਇਸ ਵੇਲੇ ਰਵੀ ਕਾਲੋ ਜੀ ਅਸੀਂ BC ਨੂੰ ਕਿੱਥੇ ਦੇਖ ਸਕਦੇ ਹਾਂ? ਕਿਉਂਕਿ ਜਦੋਂ ਅਸੀਂ ਕਈ ਸੈਕਟਰਸ ਵੱਲ ਨਜ਼ਰ ਮਾਰ ਰਹੇ ਹਾਂ, ਚਾਹੇ ਉਹ ਖੇਤੀਬਾੜੀ ਸੈਕਟਰ ਹੋਵੇ, ਹੈਲਥ ਕੇਅਰ ਹੋਵੇ ਜਾਂ ਫਿਰ ਹੋਰ ਸੈਕਟਰਸ ਦੀ ਅਸੀਂ ਗੱਲ ਕਰ ਲਈਏ, ਇਸ ਵੇਲੇ ਗਰੋਸਰੀ ਸਟੋਰਸ ਦੀ ਵੀ ਅਸੀਂ ਇੱਥੇ ਗੱਲ ਕਰਦੇ ਹਾਂ। ਟਰੱਕਿੰਗ ਐਸੋਸੀਏਸ਼ਨ ਜਿਹੜੇ ਟਰੱਕਾਂ ਵਾਲੇ ਨੇ ਉਹ ਆਪਣੀ ਹੜਤਾਲ ਤੇ ਗਏ ਹੋਏ ਨੇ। ਸੋ ਕਾਫੀ ਸਾਰੇ ਸੈਕਟਰ ਇੱਥੇ ਵੀ ਪਰੇਸ਼ਾਨ ਨੇ BC ਦੇ ਵਿੱਚ, ਜਿਨ੍ਹਾਂ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੀ ਰਿਪੋਰਟ ਉਹ ਇਹੀ ਮਿਲ ਰਹੀ ਹੈ ਕਿ ਜੌਬਸ ਹੈ ਨਹੀਂ ਹੈ ਮਾਰਕੀਟ ਦੇ ਵਿੱਚ, ਲੋਕ ਪਰੇਸ਼ਾਨ ਹੋ ਰਹੇ ਨੇ। ਨੋ ਡਾਊਟ ਬਹੁਤ ਜ਼ਿਆਦਾ ਵੱਡਾ ਅਸਰ ਜਿਹੜਾ ਉਹ ਕੋਵਿਡ ਕਰਕੇ ਪਿਆ, ਓਮਿਕਰੋਨ ਵੇਰੀਐਂਟ ਦਾ ਵੀ ਪਿਆ, ਪਰ ਸਰਕਾਰ ਦੇ ਵੱਲੋਂ BC ਗਵਰਨਮੈਂਟ ਦੇ ਕੋਲ ਇਸ ਲਈ ਕੀ ਖਾਕਾ ਹੈਗਾ ਤਾਂ ਕਿ ਅਸੀਂ 2022 ਦੇ ਵਿੱਚ ਇੱਕ ਚੰਗੇ ਜਿਹੜੇ ਹੈ ਫਿਊਚਰ ਨੂੰ ਦੇਖ ਸਕਦੇ ਹਾਂ, ਨੌਕਰੀਆਂ ਦਾ ਵਿਕਲਪ ਸਾਡੇ ਕੋਲ ਹੈਗਾ?
well BC ਵਿੱਚ ਸਾਨੂੰ ਪਤਾ ਜਿੰਨੇ ਇਕਨੋਮਿਸਟ ਆ ਸਾਰੇ ਸਾਨੂੰ ਦੱਸ ਰਹੇ ਆ ਵੀ ਸਾਡੀ ਪ੍ਰੋਬਲਮ ਜਿਹੜੀ BC ਵਿੱਚ ਹੈ ਡਿਫਰੈਂਟ ਹੋਣੀ ਆ ਡਿਫਰੈਂਟ ਪ੍ਰੋਵਿੰਸਸ ਨਾਲ ਸਾਡੀ ਚੈਲੰਜ ਹੋਣੀ ਆ ਸਾਡੇ ਕੋਲ ਜੌਬਸ ਜ਼ਿਆਦੀਆਂ ਤੇ ਲੋਕੀ ਘੱਟ ਆ that's the biggest challenge ਸਾਡੇ ਲਈ in the future already ਸਾਨੂੰ employers ਕਹਿ ਰਹੇ ਵੀ ਸਾਨੂੰ workers ਨਹੀਂ ਮਿਲ ਰਹੇ ਤੇ even ਜਿਹੜੇ wages ਆ in the last 4 years $5 an hour increase ਹੋਇਆ because ਉਹ demand ਬਹੁਤ build ਹੋ ਰਿਹਾ so in fact BC ਦੀ economy Canada ਵਿੱਚ ਅਸੀਂ lead ਕਰਾਂਗੇ ਤੇ in fact there'll be more jobs than ਜਿੰਨੇ ਲੋਕੀ ਹੈਗੇ so both challenges ਆ immigration ਬਹੁਤ ਹੀ ਇੰਪੋਰਟੈਂਟ ਹੋਗਾ ਚਾਈਲਡ ਕੇਅਰ ਸਾਨੂੰ ਪਤਾ ਵੀ more and more women ਅਸੀਂ ਜੇ ਅਸੀਂ ਚਾਹੁੰਦੇ workforce enter ਕਰਨ ਲਈ child care is important ਤੇ also skills training because ਜਿਹੜੀਆਂ jobs available ਆ high paying jobs ਉਹਨਾਂ ਨੂੰ ਜਿਹੜੇ workers ਆ ਉਹਨਾਂ ਨੂੰ skills required ਆ ਤੇ ਉਹ ਸਾਨੂੰ provide ਕਰਨੇ ਪੈਣੇ ਆ those are the main focuses government ਲਈ ਜੀ ਰਵੀ ਜੀ ਜਿਹੜੀ ਸਟੱਡੀਜ਼ ਕੈਨੇਡਾ ਦੀ ਰਿਪੋਰਟ ਹੈ ਬੇਸ਼ੱਕ ਉਹ ਓਵਰਆਲ ਕੈਨੇਡਾ ਦੇ ਵਿੱਚੋਂ ਆਈ ਹੈ ਜਿਹੜੀ ਕਿ ਪਰੇਸ਼ਾਨ ਕਰਨ ਵਾਲੀ ਹੈਗੀ ਹੈ ਤੁਹਾਨੂੰ ਲੱਗਦਾ ਹੈ ਕਿ ਓਵਰਆਲ ਜੇ ਅਸੀਂ ਇੱਥੇ BC ਦੀ ਗੱਲ ਨਾ ਕਰੀਏ ਓਵਰਆਲ ਕੈਨੇਡਾ ਦੀ ਵੀ ਗੱਲ ਕਰ ਲਈਏ ਤਾਂ ਕਿੰਨਾ ਕੁ ਸਮਾਂ ਤੁਹਾਨੂੰ ਲੱਗਦਾ ਵੀ ਇਸ ਕ੍ਰਾਈਸਿਸ ਦੇ ਵਿੱਚੋਂ ਅਸੀਂ ਬਾਹਰ ਆ ਸਕਦੇ ਹਾਂ ਨੋ ਡਾਊਟ ਪ੍ਰੋਵਿੰਸ ਟੂ ਪ੍ਰੋਵਿੰਸ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਦੇਖਣ ਨੂੰ ਤਾਂ ਮਿਲ ਹੀ ਰਿਹਾ ਹੈ Well, मैं बहुत ही confident be not only BC already ਅਸੀਂ good position ਵਿੱਚ ਆ but all of Canada ਵਿੱਚ ਅਸੀਂ strong job recovery ਦੇਖਾਂਗੇ in the next few months. Ontario, Quebec ਜਿੱਥੇ ਸਭ ਤੋਂ ਜ਼ਿਆਦੀਆਂ job losses ਹੋਈਆਂ ਉਹਨਾਂ ਨੇ ਤੇ complete shutdown ਕੀਤਾ ਸੀ ਆਪਣੇ economy ਨੂੰ ਤਾਂ ਹੀ ਤੇ ਉਹਨਾਂ ਦੇ impact ਇੰਨਾ high ਆ BC ਵਿੱਚ ਅਸੀਂ ਸਭ ਤੋਂ least restrictions ਇੱਥੇ ਕੈਨੇਡਾ ਸਾਰੇ ਕੈਨੇਡਾ ਵਿੱਚ ਪ੍ਰੋਵਾਈਡ ਕੀਤੇ ਆ ਸੋ ਸਾਡੀ ਮੈਨੂਫੈਕਚਰਿੰਗ ਨਹੀਂ ਬੰਦ ਹੋਈ ਕੰਸਟਰਕਸ਼ਨ ਨਹੀਂ ਬੰਦ ਹੋਇਆ ਮੈਨੀ ਅਦਰ ਪ੍ਰੋਵਿੰਸ ਵਿੱਚ ਇਹ ਬਹੁਤ ਵੱਡਾ ਇਸ਼ੂ ਸੀ ਸੋ ਮੈਂ ਬਹੁਤ ਹੀ ਕੌਨਫੀਡੈਂਟ ਵੀ ਨਾਟ ਓਨਲੀ BC ਸਕਸੈਸਫੁਲ ਹੋਗੀ ਇਨ ਦ ਕਮਿੰਗ ਇਅਰਸ ਬਟ ਆਲਸੋ ਆਲ ਆਫ ਕੈਨੇਡਾ ਐਜ਼ ਵੈਲ ਅੱਗੇ ਵਾਸਤੇ ਕੀ ਪਲੈਨਿੰਗ ਹੋਰ ਹੈਗੀ ਨੇ ਐਜ਼ ਅ ਜੌਬ ਮਿਨਿਸਟਰ ਵੀ ਰਵੀ ਕਾਲੋ ਜੀ ਤੁਹਾਨੂੰ ਇਹ ਚੀਜ਼ ਜਾਣੀ ਜਾਵੇ ਤੁਹਾਡੇ ਕੋਲੋਂ ਤਾਂ ਅੱਗੇ ਕੀ ਪਲਾਨ ਹੈਗੇ ਨੇ BC ਦੇ ਵਾਸਤੇ ਹੋਰ ਕੁਝ ਵਿਕਲਪ ਨਜ਼ਰ ਆ ਰਹੇ ਨੇ biggest challenge ਸਾਡੇ ਲਈ ਇਹ ਆ ਵੀ right now ਜਿੰਨੇ ਵੀ ਸਾਡੇ projections ਆ ਇਹ ਸਾਨੂੰ ਦੱਸ ਰਹੇ ਵੀ BC ਵਿੱਚ ਜ਼ਿਆਦੀਆਂ jobs ਹੋਣੀਆਂ ਤੇ ਲੋਕੀ ਘੱਟ ਹੋਣੇ ਆ ਸੋ ਬਹੁਤ ਹੀ ਕੰਮ ਕਰਨਾ ਪੈਣਾ ਸਾਡੇ federal counterparts ਨਾਲ ਜਿਹੜੀ immigration streams ਨੂੰ improve ਕਰਨਾ ਪੈਣਾ because process is too complicated right now ਲੋਕੀ ਜਿਹੜੇ ਅਸੀਂ invite ਕਰ ਰਹੇ ਹਾਂ ਉਹਨਾਂ ਲਈ ਵੀ ਅਸੀਂ hard ਬਣਾ ਰਹੇ ਹਾਂ ਉਹ system change ਹੋਣਾ ਪੈਣਾ skills training ਬਹੁਤ ਹੀ ਇੰਪੋਰਟੈਂਟ ਹੋਣਾ for next year so that ਜਿਹੜੇ ਲੋਕੀ ਚਾਹੁੰਦੇ ਆ better jobs ਲੈਣ ਲਈ ਉਹਨਾਂ ਲਈ skills and training opportunities ਹੋਣ so that ਉਹ jobs ਲੈ ਸਕੇ ਇਹ ਸਾਡਾ main focus for the years ahead ਇਹ ਹੋਊਗਾ ਪਰ ਮੈਂ ਬਹੁਤ ਹੀ optimistic ਆ ਵੀ ਸਾਡੀ economy ਬਹੁਤ good shape ਵਿੱਚ ਆ ਤੇ in the years ahead ਵਿੱਚ ਵੀ ਹੋਗੀ ਜੀ BC ਦੇ ਵਿੱਚ ਕੀ ਕਹਿ ਸਕਦੇ ਆ ਰਵੀ ਕਾਲੋ ਜੀ ਕਿ ਕੋਈ ਖਾਸ ਕੈਟਾਗਰੀਜ਼ ਹੈਗੀਆਂ ਜਿਹਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਵੀ ਇਹ ਜਿਹੜੀਆਂ ਕੈਟਾਗਰੀਜ਼ ਹੈ ਇਹਨਾਂ ਨੂੰ ਸਭ ਤੋਂ ਪਹਿਲਾਂ ਭਰਨਾ ਜ਼ਰੂਰੀ ਹੈ ਜਿੱਥੇ ਵਰਕਰਾਂ ਦੀ ਇਸ ਵੇਲੇ ਲੋੜ ਹੈਗੀ ਹੈ Well, two sectors in particular. One, ਸਾਡੀ ਜਿਹੜੀ care economy ਹੈ so healthcare workers ਜਿਹੜੇ ਸਾਡੇ hospitals ਵਿੱਚ ਕੰਮ ਕਰਦੇ ਆ childhood educators ਜਿਹੜੇ child care centers ਵਿੱਚ ਕੰਮ ਕਰਦੇ ਆ so ਉਹ ਜਿਹੜੇ workers ਆ ਉਹਦੇ ਵਿੱਚ ਬਹੁਤ shortage ਆ ਤੇ right now lots of opportunities ਆ ਜੇ ਲੋਕੀ interested ਆ good paying jobs ਆ ਤੇ ਉੱਤੇ ਸਾਡਾ ਫੋਕਸ ਹੋਣਾ ਸੈਕੰਡ ਔਨ ਦ ਪ੍ਰਾਈਵੇਟ ਸੈਕਟਰ ਸਾਈਡ ਸਾਡਾ ਫੋਕਸ ਹੋਣਾ ਟੈਕ ਸੈਕਟਰ ਵਿੱਚ ਸਾਨੂੰ ਪਤਾ ਵੀ many jobs available in the tech sector some ਜਿੱਥੇ ਤੁਹਾਨੂੰ ਇੰਜੀਨੀਅਰਿੰਗ ਚਾਹੀਦੀ ਹੈ ਪਰ also some jobs ਜੇ ਤੁਹਾਡੇ ਕੋਲ ਕੋਈ ਡਿਪਲੋਮਾ ਆ ਔਰ ਹਾਈ ਸਕੂਲ ਆ ਉਹ ਵੀ jobs available ਹੈਗੀਆਂ ਬਹੁਤ ਹੀ ਫਾਸਟ ਸੈਕਟਰ ਉਹ ਫਾਸਟ ਗਰੋ ਹੋ ਰਿਹਾ ਤੇ ਸਾਡਾ ਪਾਰਟਿਕੂਲਰ ਫੋਕਸ ਹੋਣਾ ਉਹ ਸੈਕਟਰ ਵਿੱਚ ਜੀ ਰਵੀ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਵੀ ਬੈਕਲੌਗ ਦੀ ਹਮੇਸ਼ਾ ਗੱਲ ਕੀਤੀ ਜਾ ਰਹੀ ਹੈ ਉਹ ਬੈਕਲੌਗ ਜੇ ਕਲੀਅਰ ਹੋ ਜਾਂਦਾ ਤੇ ਕਾਫੀ ਹੱਦ ਤੱਕ ਜਿਹੜੀਆਂ ਨੇ ਨੌਕਰੀ ਦੇ ਲਈ ਹੋਰ ਥਾਵਾਂ ਭਰੀਆਂ ਜਾ ਸਕਦੀਆਂ ਨੇ Yes, I think we ਬਹੁਤ ਹੀ ਇੰਪੋਰਟੈਂਟ ਆ ਵੀ ਜਿਹੜਾ immigration backlog ਆ ਉਹ clear ਹੋਵੇ ਜਿੰਨਾ ਜਲਦੀ ਅਸੀਂ ਕਰ ਸਕੀਏ because right now employers ਸਾਨੂੰ ਕਹਿ ਰਹੇ ਆ ਅਸੀਂ ਜ਼ਿਆਦਾ ਲੋਕਾਂ ਨੂੰ ਹਾਇਰ ਕਰਨਾ ਚਾਹੁੰਦੇ ਆ ਪਰ ਲੋਕੀ ਨਹੀਂ ਮਿਲਦੇ jobs ਹੈਗੀਆਂ ਪਰ workers ਨਹੀਂ ਹੈਗੇ so ਇਹ ਵੀ ਨਾਰਮਲੀ ਬਿਗੇਸਟ ਪ੍ਰੋਬਲਮ ਇਕਨੋਮੀ ਚ ਹੁੰਦੀ ਹੈ ਵੀ ਸਾਡੇ ਕੋਲ ਜੌਬਾਂ ਨਹੀਂ ਹੈਗੀਆਂ ਤੇ ਲੋਕੀ ਹੈਗੇ ਆ ਸਾਡੇ ਕੋਲ ਨਾਲ ਪ੍ਰੋਬਲਮ ਆ ਸਾਡੇ ਕੋਲ ਜੌਬਾਂ ਹੈਗੀਆਂ ਲੋਕੀ ਨਹੀਂ ਹੈਗੇ ਪਰ ਇਹ ਵੀ ਬਹੁਤ ਇੰਪੋਰਟੈਂਟ ਆ ਵੀ ਜੇ ਅਸੀਂ ਨਹੀਂ ਐਡਰੈਸ ਕਰਦੇ ਸਾਡੀ ਇਕਨੋਮੀ 'ਚ ਬਹੁਤ ਇੰਪੈਕਟ ਹੋਊਗਾ ਸੋ ਇਮੀਗ੍ਰੇਸ਼ਨ ਚਾਈਲਡ ਕੇਅਰ ਤੇ ਸਕਿੱਲਸ ਟ੍ਰੇਨਿੰਗ ਬਹੁਤ ਹੀ ਇੰਪੋਰਟੈਂਟ ਆ ਇਨ ਦ ਈਅਰਸ ਅਹੈਡ ਜੀ ਰਵੀ ਜੀ 2021 ਦੇ ਮੁਕਾਬਲੇ ਜੇ ਅਸੀਂ ਦੇਖੇ ਜਾਈਏ 2022 ਦੀ ਰਿਪੋਰਟ ਹਾਲਾਂਕਿ ਅਸੀਂ ਤਾਂ ਸ਼ੁਰੂਆਤ ਦੇ ਵਿੱਚ ਹੀ ਇਹ ਰਿਪੋਰਟ ਦੇਖ ਰਹੇ ਹਾਂ ਕਿ ਬਹੁਤ ਚੰਗੀ ਆ ਰਹੀ ਹੈ ਜੇ ਜਨਵਰੀ ਦੀ ਰਿਪੋਰਟ ਦੇਖੀ ਜਾਏ ਤਾਂ ਕੀ ਕਿਹਾ ਜਾ ਸਕਦਾ ਤੁਸੀਂ ਦੋਵਾਂ ਨੂੰ ਕਿੱਥੇ ਤੱਕ ਰੱਖਦੇ ਹੋ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇਹ ਬਦਲਾਅ ਆਇਆ ਤੇ ਇਸ ਸਾਲ ਅਸੀਂ ਉਸ ਕ੍ਰਾਈਸਿਸ ਵਿੱਚੋਂ ਬਾਹਰ ਆਉਣ ਜਾ ਰਹੇ ਹਾਂ Well, last year ਅਸੀਂ ਆਪਣੀ 2021 ਵਿੱਚ ਅਸੀਂ ਆਪਣੀ ਇਕਨੋਮੀ
right to pre-pandemic level तक पहुंच गए सी. ਜੀ In fact, 30,000 people ਦੂਜੇ provinces ਤੋਂ BC ਵਿੱਚ move ਹੋਏ ਆ because ਉਹਨਾਂ ਨੂੰ ਪਤਾ ਵੀ ਇੱਥੇ opportunities ਹੈਗੀਆਂ right now. So last year, I think ਸਾਰੇ happy ਹੈ ਵੀ 2021 ਮੁੱਕ ਗਿਆ, finish ਜੀ ਹੋ ਗਿਆ ਤੇ ਹੁਣ ਸਾਡਾ focus ਆ ਵੀ ਇਹ final few weeks of the pandemic ਜਿਹੜਾ ਹੁਣ Omicron ਆ ਇਹ it's a health focus ਰੱਖਣਾ ਪੈਣਾ ਤੇ then after that skills training, childcare and immigration ਇਹ ਸਾਡਾ ਮੇਨ ਫੋਕਸ ਹੋਊਗਾ ਜੀ ਰਵੀ ਜੀ। ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਵਨ ਮੈਗਜ਼ 2022 ਪਾਵਰ 50 ਲਿਸਟ ਦੇ ਵਿੱਚ ਤੁਹਾਡਾ ਨਾਮ ਆਇਆ, ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਕਿ ਤੁਹਾਡਾ ਉਸ ਵਿੱਚ ਨਾਮ ਆਇਆ। ਨੋ ਡਾਊਟ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਅਚੀਵ ਕੀਤਾ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਸਾਡੀ ਕਮਿਊਨਿਟੀ ਦੇ ਜਿਹੜੇ ਨੁਮਾਇੰਦੇ ਹੁੰਦੇ ਚੁਣੇ ਗਏ ਉਹਨਾਂ ਦਾ ਨਾਮ ਇੰਨੇ ਵੱਡੇ ਪੱਧਰ ਦੇ ਉੱਤੇ ਜਦੋਂ ਲਿਆ ਜਾਂਦਾ। ਟੌਪ 50 ਦੇ ਵਿੱਚ ਇਸ ਵੇਲੇ ਤੁਸੀਂ ਵੀ ਸ਼ਾਮਿਲ ਹੋ, ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਲੱਗਦਾ ਕਿ ਰਵੀ ਕਾਲੋ ਦੇ ਵਿੱਚ ਕਿਹੜੀਆਂ ਖਾਸ ਉਹਨਾਂ ਚੀਜ਼ਾਂ ਨੂੰ ਤਵੱਜੋ ਦਿੱਤੀ ਗਈ ਹੈ ਕਿ ਤੁਸੀਂ ਅੱਜ ਇਸ 50 ਦੀ ਲਿਸਟ ਵਿੱਚ ਆਏ ਹੋ? well ਜਦੋਂ ਮੈਂ ਪਹਿਲਾਂ ਆਪਣੇ ਇਲੈਕਸ਼ਨ 'ਚ ਖੜਾ ਸੀ ਮੇਰਾ ਇਹ ਨਹੀਂ ਗੋਲ ਸੀ ਵੀ ਮੈਂ 50 ਪਾਵਰ ਲਿਸਟ ਤੇ ਕੋਈ ਜਾਣਾ ਚਾਹੁੰਦਾ। ਮੇਰਾ ਗੋਲ ਸੀ ਵੀ ਕਮਿਊਨਿਟੀ ਨੂੰ ਇੰਪਰੂਵ ਕਰਨ ਲਈ ਤੇ ਆਪਣੇ ਕੰਸਟੀਚੁਐਂਟਸ ਨੂੰ ਸਰਵ ਕਰਨ ਲਈ। ਸੋ ਇਹ ਹਾਲੇ ਵੀ ਮੇਰਾ ਸੇਮ ਫੋਕਸ ਆ ਤੇ ਜੇ ਪੀਪਲ ਕਹਿੰਦੇ ਵੀ that makes you powerful then ਮੇਰੇ ਜਿਹੜੇ ਕਮਿਊਨਿਟੀ ਪੀਪਲ ਉਹ ਮੈਨੂੰ ਅੱਗੇ ਕਰ ਰਹੇ। ਸੋ ਸਾਰਾ ਕ੍ਰੈਡਿਟ ਉਹਨਾਂ ਨੂੰ। ਦੱਸਦੇ ਕਿ ਫਰੀडम ਕਨਵੋਏ ਨੂੰ ਲੈ ਕੇ ਇਸ ਵੇਲੇ ਆਟਵਾ ਪੁਲਿਸ ਕਾਫੀ ਜ਼ਿਆਦਾ ਚੌਕਸ ਦਿਖਾਈ ਦੇ ਰਹੀ ਹੈ ਤੇ ਚੱਪੇ ਚੱਪੇ ਤੇ ਉਹਨਾਂ ਨੇ ਨਜ਼ਰ ਬਣਾਈ ਹੋਈ ਹੈ। 150 ਦੇ ਕਰੀਬ ਹੋਰ ਨਵੇਂ ਪੁਲਿਸ ਕਰਮੀ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਕਿ ਹਰ ਉਸ ਹਰਕਤ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਜਿਸ ਨਾਲ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੱਸਦੇ ਕਿ ਇਸ ਰਿਪੋਰਟ ਦੇ ਮੁਤਾਬਕ ਮੁਜ਼ਾਹਰਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਤਾਂ ਪੁਲਿਸ ਚੀਫ ਪੀਟਰ ਸਲੋਨੀ ਨੇ ਦੱਸਿਆ ਹੈ ਕਿ ਇਹਨਾਂ ਅਫਸਰਾਂ ਦੀ ਗਸ਼ਤ ਦਾ ਮੁੱਖ ਧਿਆਨ ਸ਼ਰਾਰਤ, ਨਫ਼ਰਤ ਤੇ ਕਿਸੇ ਨੂੰ ਤੰਗ ਪਰੇਸ਼ਾਨ ਕਰਨ, ਧਮਕੀਆਂ ਦੇਣ ਤੇ ਹੋਰ ਡਰਾ ਧਮਕਾਉਣ ਵਰਗੇ ਰਵੱਈਏ ਦੇ ਉੱਤੇ ਹੋਵੇਗਾ। ਇਸੇ ਲਈ ਇਹ ਪੁਲਿਸ ਜਿਹੜੀ ਹੈ ਇੱਥੇ ਤੈਨਾਤ ਕੀਤੀ ਗਈ ਹੈ। ਵੀਰਵਾਰ ਨੂੰ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਨੀਚੀਨੋ ਨੇ ਕਿਹਾ ਹੈ ਕਿ RCMP ਨੇ ਆਟਵਾ ਦੇ ਮੇਅਰ ਜਿਮ ਵਾਟਸਨ ਦੀ ਗੁਜ਼ਾਰਿਸ਼ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਮਾਊਂਟੇਨਸ ਨੂੰ ਸਿਟੀ ਪੁਲਿਸ ਦੀ ਮਦਦ ਕਰਨ ਲਈ ਕਿਹਾ ਸੀ। ਮੈਨੀਚੀਨੋ ਨੇ ਕਿਹਾ ਹੈ ਕਿ ਟਰੱਕਰਜ਼ ਕਨਵੋਏ ਨੇ ਸਥਾਨਕ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਇੱਕ ਅਲੱਗ ਕਿਸਮ ਦਾ ਖਲਲ ਜਿਹਾ ਮਚਾਇਆ ਜਿਸ ਦੇ ਵਿੱਚ ਭੰਨ ਤੋੜ, ਤੰਗ ਪਰੇਸ਼ਾਨ ਕਰਨਾ, ਨਫ਼ਰਤ, ਹਿੰਸਾ ਦਾ ਪ੍ਰਗਟਾਵਾ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਦੇ ਵਿੱਚ ਵਿਘਨ ਪਾਉਣਾ ਸ਼ਾਮਲ ਹੈ। ਉਧਰ ਪਾਰਲੀਮੈਂਟਰੀ ਕਮੇਟੀ ਦੇ ਵੱਲੋਂ ਗੋ ਫੰਡ ਮੀ ਜਿਹੜੇ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਉਹਨਾਂ ਤੋਂ ਇਹ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹ ਦੱਸਣ ਕਿ ਉਹਨਾਂ ਦੇ ਪਲੇਟਫਾਰਮ ਦੇ ਉੱਤੇ ਇਕੱਠੇ ਕੀਤੇ ਗਏ ਫੰਡ ਨਫ਼ਰਤ, ਹੋਰ ਵਿਰੋਧੀ ਭਾਵਨਾਵਾਂ ਤੇ ਗੋਰਿਆਂ ਨੂੰ ਸਰਬ ਉੱਚ ਦੱਸਣ ਵਰਗੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਨਹੀਂ ਵਰਤੇ ਜਾਣਗੇ। ਸੋ ਇਸੇ ਲਈ ਗੋ ਫੰਡ ਮੀ ਜਿਹੜਾ ਪੇਜ ਆ ਉਸ ਦੇ ਉੱਤੇ ਵੀ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਹਨਾਂ ਤੋਂ ਇਸ ਗੱਲ ਦੀ ਪੁੱਛ ਪੜਤਾਲ ਵੀ ਕੀਤੀ ਜਾਏਗੀ ਜਿਸ ਤੋਂ ਸਾਰੇ ਸਿਆਸਤਦਾਨ ਵੀ ਸਹਿਮਤ ਨੇ। ਕ੍ਰਾਈਮ ਦੀ ਜਦੋਂ ਗੱਲ ਆਉਂਦੀ ਹੈ ਤਾਂ ਪਿਛਲੇ ਕਾਫੀ ਸਮੇਂ ਤੋਂ ਲੋਅਰ ਮੇਨਲੈਂਡ ਸਰਗਰਮ ਦਿਖਾਈ ਦੇ ਰਿਹਾ ਹੈ ਜਿਸ ਦੇ ਉੱਤੇ ਸਿਆਸਤਦਾਨ ਤੇ ਪੁਲਿਸ ਦੋਵਾਂ ਦਾ ਇਹ ਦਾਅਵਾ ਕਿ ਕੰਟਰੋਲ ਕੀਤੇ ਜਾਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੰਡਰ ਕੰਟਰੋਲ ਜਲਦੀ ਹੀ ਇਹਨਾਂ ਵਾਰਦਾਤਾਂ ਨੂੰ ਕਰ ਲਿਆ ਜਾਏਗਾ। ਪਰ ਅਜਿਹੇ ਦੇ ਵਿੱਚ ਹਰ ਦਿਨ ਰਿਪੋਰਟਾਂ ਸਾਹਮਣੇ ਆਉਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ। ਇਸ ਵੇਲੇ ਵੀ ਸਰੀ ਤੋਂ ਆਏ ਦਿਨ ਕੋਈ ਨਾ ਕੋਈ ਗੋਲੀ ਚੱਲਣ ਦੀਆਂ ਵਾਰਦਾਤਾਂ ਨਜ਼ਰ ਆਉਂਦੀਆਂ ਨੇ ਤੇ ਨਾਲ ਦੀ ਨਾਲ ਡੈਲਟਾ ਤੋਂ ਵੀ ਜਿਹੜੀਆਂ ਨੇ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਹਾਲ ਹੀ ਘੜੀ ਬੀਤੀ ਰਾਤ ਵੀ ਕੁਝ ਅਜਿਹੀ ਹੀ ਵਾਰਦਾਤ ਡੈਲਟਾ ਦੇ ਵਿੱਚ ਹੋਈ ਹੈ ਜਿੱਥੇ ਇੱਕ ਗੋਲੀ ਚੱਲੀ ਹੈ ਤੇ ਉਸ ਦੇ ਨਾਲ ਜਿਹੜਾ ਇੱਕ ਵਿਅਕਤੀ ਜਿਹੜਾ ਉਸਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਪੁਲਿਸ ਇਨਵੈਸਟੀਗੇਸ਼ਨ ਫਿਲਹਾਲ ਕਰ ਰਹੀ ਹੈ ਪਰ ਇਹ ਬਹੁਤ ਵੱਡਾ ਸਵਾਲ ਹੈ ਕ੍ਰਾਈਮ ਰਿਪੋਰਟ ਦੇ ਉੱਤੇ ਜਿੱਥੇ ਸਿਆਸਤਦਾਨ ਤੇ ਪੁਲਿਸ ਆਪਣੀ ਪਿੱਠ ਥਪਥਪਾਉਂਦੇ ਨੇ ਕਿ ਇੱਥੇ ਜਿਹੜਾ ਕ੍ਰਾਈਮ ਹੈ ਉਸ ਗ੍ਰਾਫ ਨੂੰ ਜਿਹੜਾ ਉਹ ਲੈਵਲ ਤੇ ਕੀਤਾ ਜਾ ਰਿਹਾ ਤੇ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਸਾਡੇ ਸੀਨੀਅਰ ਸਹਿਯੋਗੀ ਜਸਕਰਨ ਸਹੋਤਾ ਦੀ ਇੱਕ ਰਿਪੋਰਟ। ਅਸੀਂ ਇਸ ਵੇਲੇ ਖੜੇ ਹਾਂ ਡੈਲਟਾ ਦੇ ਵਿੱਚ 92 ਐਵਨਿਊ ਤੇ 118 ਸਟਰੀਟ ਦੇ ਉੱਤੇ। ਰਾਤੀ 2 ਵਜੇ ਇੱਥੇ ਇੱਕ ਵਾਰਦਾਤ ਹੋਈ ਆ। ਵਾਰਦਾਤ ਦੇ ਵਿੱਚ ਜਿਹੜੀ ਖਬਰ ਹੁਣ ਤੱਕ ਪਤਾ ਲੱਗ ਰਹੀ ਹੈ ਇੱਕ ਵਿਅਕਤੀ ਦੀ ਮੌਤ ਹੋਈ ਆ, ਇੱਥੇ ਗੋਲੀ ਚੱਲੀ ਆ। 2 ਵਜੇ ਦੇ ਕਰੀਬ ਪੁਲਿਸ ਨੂੰ ਸੱਦਿਆ ਗਿਆ ਜਿਹਦੇ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਇੱਕ ਵਿਅਕਤੀ ਜਿਹੜਾ ਉਹਦੇ ਗੋਲੀਆਂ ਲੱਗੀਆਂ ਔਰ ਦੱਸਿਆ ਇਹ ਜਾ ਰਿਹਾ, ਪੁਲਿਸ ਇਹ ਕਹਿ ਰਹੀ ਆ ਕਿ ਇਹ ਟਾਰਗੇਟਡ ਸ਼ੂਟਿੰਗ ਸੀਗੀ। ਇਹ ਵਾਰਦਾਤਾਂ ਲਗਾਤਾਰ ਸਾਡੇ ਆਲੇ ਦੁਆਲੇ ਵਾਪਰ ਰਹੀਆਂ। 2 ਦਿਨ ਪਹਿਲਾਂ ਸਰੀ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ ਜਿਸ ਤਰੀਕੇ ਦੇ ਨਾਲ ਉਹ ਪਰਿਵਾਰ ਬਚ ਗਿਆ ਇਸ ਮਾਮਲੇ ਦੇ ਵਿੱਚ ਔਰ ਇਹਨੂੰ ਇਹ ਕਿਹਾ ਗਿਆ ਸੀ ਕਿ ਮਿਸਟੇਕਨ ਆਇਡੈਂਟੀਟੀ ਆ। ਉਹਦੇ ਤੋਂ ਬਾਅਦ ਡੈਲਟਾ ਜਿਹੜਾ ਕਿ ਆਮ ਤੌਰ ਦੇ ਉੱਤੇ ਬਹੁਤ ਸੇਫ ਸ਼ਹਿਰ ਮੰਨਿਆ ਜਾਂਦਾ, ਸਰੀ ਦੇ ਨਾਲ ਲੱਗਦਾ ਸ਼ਹਿਰ, ਅਕਸਰ ਲੋਕ ਇਸ ਗੱਲ ਦੀ ਉਦਾਹਰਨ ਦਿੰਦੇ ਆ ਕਿ ਸਿਰਫ 120 ਸਟਰੀਟ ਦੇ ਫਰਕ ਨਾਲ ਦੂਜੇ ਪਾਸੇ ਸਾਰਾ ਕਾਨੂੰਨ ਬਦਲ ਜਾਂਦਾ। ਬਹੁਤ ਸਾਰੇ
ਜਿਹੜੇ ਕ੍ਰਾਈਮ ਆ ਉਹ ਘਟ ਜਾਂਦਾ। ਉੱਥੇ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਤਾਂ ਚਿੰਤਾ ਪੈਦਾ ਹੁੰਦੀ ਆ। ਡੈਲਟਾ ਪੁਲਿਸ ਡਿਪਾਰਟਮੈਂਟ ਇਸ ਵੇਲੇ ਉਹਨਾਂ ਦਾ ਮੇਜਰ ਕ੍ਰਾਈਮ ਯੂਨਿਟ ਇਹ ਕਹਿ ਰਿਹਾ ਕਿ ਜੇਕਰ ਕੋਈ ਵੀ ਕਿਸੇ ਨੂੰ ਇਨਫੋਰਮੇਸ਼ਨ ਇਹਦੇ ਬਾਰੇ ਹੋਵੇ, ਹਾਲਾਂਕਿ ਇਹਦੀ ਆਇਡੈਂਟੀਟੀ ਰਿਲੀਜ਼ ਨਹੀਂ ਕੀਤੀ ਗਈ, ਦੱਸਿਆ ਨਹੀਂ ਗਿਆ ਕਿ ਕੌਣ ਇਹਦਾ ਸੰਬੰਧ, ਕੀ ਕੋਈ ਗੈਂਗ ਕਨਫਲਿਕਟ ਦੇ ਨਾਲ ਆ, ਕਿਹੜੇ ਵਿਅਕਤੀ ਆ ਜਿਹਦੀ ਮੌਤ ਹੋਈ ਆ। ਪੁਲਿਸ ਲੋਕਾਂ ਨੂੰ ਇਸ ਵੇਲੇ ਬੇਨਤੀ ਕਰ ਰਹੀ ਹੈ ਕਿ ਜਿਹੜੀ 92 ਐਵੀਨਿਊ ਤੇ 118 ਸਟਰੀਟ ਦੇ ਉੱਤੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ, ਇੱਥੇ ਗੋਲੀ ਚੱਲੀ ਆ, ਕੋਈ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ 604 946 4411 ਦੇ ਉੱਤੇ ਪੁਲਿਸ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਦੱਸਣ। ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਕ੍ਰਾਈਮ ਦੇਖਦੇ ਹਾਂ, ਡੈਲਟਾ ਦੇ ਵਿੱਚ ਵੀ ਕ੍ਰਾਈਮ ਜਿਹੜਾ ਲਗਾਤਾਰ ਵੱਧ ਰਿਹਾ ਆ ਕਈ ਤਰ੍ਹਾਂ ਦਾ, ਚਾਹੇ ਉਹ ਆਟੋ ਥੈਫਟ ਹੋਵੇ, ਚਾਹੇ ਰੈਜ਼ੀਡੈਂਸ਼ੀਅਲ ਆ, ਚਾਹੇ ਟ੍ਰੈਫਿਕ ਵਾਇਓਲੇਸ਼ਨ ਆ, ਤੇ ਚਾਹੇ ਜਿਹੜਾ ਵਾਇਲੈਂਟ ਕ੍ਰਾਈਮ ਆ। ਵਾਇਲੈਂਟ ਕ੍ਰਾਈਮ 2020 ਦੇ ਮੁਕਾਬਲੇ ਜਦੋਂ ਅਸੀਂ 2021 ਦੇ ਵਿੱਚ ਦੇਖਦੇ ਹਾਂ ਤਾਂ 10% ਦੇ ਕਰੀਬ ਡੈਲਟਾ ਸਿਟੀ ਦੇ ਵਿੱਚ ਵਾਇਲੈਂਟ ਕ੍ਰਾਈਮ ਵਧਿਆ। ਅੱਜ ਇਹ ਇੱਕ ਚਿੰਤਾ ਵਾਲੀ ਗੱਲ, ਸ਼ੂਟਿੰਗ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ, ਡੈਲਟਾ 92 ਐਵੀਨਿਊ 118 ਸਟਰੀਟ। ਇਹਦੇ ਬਾਰੇ ਅਜੇ ਹੋਰ ਡਿਟੇਲਸ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਕਿ ਇਹਦੇ ਵਿੱਚ ਕੌਣ ਸ਼ਾਮਲ ਸੀ, ਦੋਸ਼ੀ ਕੌਣ ਨੇ, ਤੇ ਜਿਸ ਵਿਅਕਤੀ ਦੀ ਜਾਨ ਗਈ ਆ ਉਹ ਕੌਣ ਆ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਉਹਨਾਂ ਡਰਾਈਵਰਸ ਲਈ ਜਿਹੜੇ ਕਿ ਗੱਡੀ ਚਲਾਉਂਦੇ ਨੇ ਤੇ ਗੈਸ ਭਰਵਾਉਂਦੇ ਨੇ, ਉਹਨਾਂ ਲਈ ਮਾੜੀ ਖਬਰ ਕਹੀ ਜਾ ਰਹੀ ਹੈ ਕਿਉਂਕਿ ਗੈਸ ਦੀਆਂ ਜਿਹੜੀਆਂ ਨੇ ਇਸ ਵੇਲੇ ਕੀਮਤਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ, ਜਿਸ ਕਰਕੇ ਆਮ ਲੋਕ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ। ਪੰਪਾਂ ਦੇ ਉੱਤੇ ਪ੍ਰਾਈਸ ਵੱਧ ਗਏ ਨੇ। ਹਾਲਾਂਕਿ ਇਸ ਪ੍ਰਾਈਸ ਵਧਣ ਦੇ ਕਾਰਨ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਦੱਸਦੇ ਕਿ ਕੈਨੇਡੀਅਨ ਪੰਪਾਂ ਤੇ ਗੈਸੋਲੀਨ ਦੀਆਂ ਕੀਮਤਾਂ ਹੁਣ ਤੱਕ ਦੀ ਸਭ ਤੋਂ ਉੱਚੀ ਔਸ ਤੇ ਪਹੁੰਚ ਗਈਆਂ ਨੇ। ਇਸ ਹਫ਼ਤੇ ਕੈਨੇਡੀਅਨ ਡਰਾਈਵਰਾਂ ਲਈ ਪੰਪਾਂ ਤੇ ਵਧੇਰੇ ਦੁਖੀ ਕਰਨ ਵਾਲਾ ਮਾਹੌਲ ਦਿਖਾਈ ਦੇ ਰਿਹਾ ਕਿਉਂਕਿ ਗੈਸੋਲੀਨ ਦੀਆਂ ਕੀਮਤਾਂ ਨਵੇਂ ਰਿਕਾਰਡ ਦੇ ਨਾਲ ਉਚਾਈ ਤੇ ਚੜ੍ਹ ਗਈਆਂ ਨੇ। ਫਿਊਲ ਦੀ ਕੀਮਤ ਤੇ ਧਿਆਨ ਰੱਖਣ ਵਾਲੀ ਜਿਹੜੀ ਵੈਬਸਾਈਟ ਹੈ gasbuddy.com ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸਵੇਰੇ ਰਾਸ਼ਟਰੀ ਔਸਤ ਪ੍ਰਚੂਨ ਬਾਲਣ ਦੀ ਕੀਮਤ 151.3 ਸੈਂਟ ਪ੍ਰਤੀ ਲੀਟਰ ਤੇ ਪਹੁੰਚ ਗਈ। ਵੈਬਸਾਈਟ ਦੇ ਮੁਤਾਬਕ ਇਹ ਰਿਕਾਰਡ ਤੇ ਸਭ ਤੋਂ ਉੱਚੀ ਔਸਤ ਕੀਮਤ ਹੈ, ਜਿਸ ਦੇ ਵਿੱਚ 2008 ਤੱਕ ਦਾ ਡੇਟਾ ਹੈ। ਲਾਭ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੱਚੇ ਤੇਲ ਦੀ ਕੀਮਤ ਹੈ, ਜੋ 8 ਸਾਲਾਂ ਦੇ ਉੱਚੇ ਪੱਧਰ ਤੇ ਹੈ। ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ ਦੀ ਕੀਮਤ ਸ਼ੁੱਕਰਵਾਰ ਨੂੰ $92 ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ। ਨਿਊ ਫਾਊਂਡਲੈਂਡ ਦੇ ਡਰਾਈਵਰ ਇਸ ਹਫ਼ਤੇ ਗੈਸੋਲੀਨ ਦੀਆਂ ਸਭ ਤੋਂ ਵੱਧ ਕੀਮਤਾਂ ਦਾ ਭੁਗਤਾਨ ਕਰ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰਾਂ ਤੋਂ ਬਾਅਦ ਗੈਸੋਲੀਨ ਦੀਆਂ ਸਭ ਤੋਂ ਘੱਟ ਕੀਮਤਾਂ ਐਲਬਰਟਾ ਤੋਂ ਬਾਅਦ ਸਸਕੈਚੁਅਨ ਦੇ ਵਿੱਚ ਦੇਖਣ ਨੂੰ ਮਿਲ। ਜਿੱਥੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਐਡਮਿੰਟਨ ਸ਼ਹਿਰ ਦੇ ਮੇਅਰ ਅਮਰਜੀਤ ਸੋਹੀ ਹੋਰਾਂ ਨੇ ਇਹ ਇੱਕ ਖਦਸ਼ਾ ਪ੍ਰਗਟਾਇਆ ਕਿ ਜਿਹੜੇ ਅਲਬਰਟਾ ਦੇ ਪ੍ਰੀਮੀਅਰ ਨੇ ਜੇਸਨ ਕੈਨੀ ਹੋਰਾਂ ਨੇ, ਜਿਨ੍ਹਾਂ ਨੇ 2 ਦਿਨ ਪਹਿਲਾਂ ਇਹ ਗੱਲ ਆਖੀ ਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੋਵਿਡ-19 ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਹਟਾਉਣ ਜਾ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਲਬਰਟਾ ਦੇ ਬਾਰਡਰ ਤੇ ਜਿਹੜਾ ਮੌਂਟਾਨਾ ਵੱਲ ਨੂੰ ਹੈ, ਉੱਥੇ ਕੂਟਸ ਬਾਰਡਰ ਦੇ ਉੱਤੇ ਟਰੱਕਰਸ ਜਿਹੜੇ ਨੇ ਉਹ ਪ੍ਰਦਰਸ਼ਨ ਕਰ ਰਹੇ ਔਰ ਬਲੌਕ ਕੀਤਾ ਹੋਇਆ। ਇੱਕ ਦਿਨ ਉਹਨਾਂ ਨੇ 2 ਲੇਨਾਂ ਖੋਲ੍ਹ ਵੀ ਦਿੱਤੀਆਂ ਸੀ, ਪਰ ਉਸ ਤੋਂ ਬਾਅਦ ਫਿਰ ਉੱਥੇ ਟ੍ਰੈਫਿਕ ਜਿਹੜਾ ਜੀ ਬਹੁਤ ਹੌਲੀ ਜਾ ਰਿਹਾ ਔਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਉਧਰ ਦੀ ਟਰੈਵਲ ਨਾ ਕਰੋ। ਪਰ ਉਸ ਗੱਲ ਨੂੰ ਲੈ ਕੇ ਜਿਹੜੇ ਅਮਰਜੀਤ ਸੋਹੀ ਹੋ ਰਹੇ ਆ ਉਹ ਫਿਕਰਮੰਦ ਆ ਕਿ ਇਹ ਨਾ ਹੋਵੇ ਕਿ ਇਹ ਬਹੁਤ ਛੇਤੀ ਜਿਹੜੀਆਂ ਰੈਸਟ੍ਰਿਕਸ਼ਨਸ ਹਟਾਉਣ ਜਾ ਰਹੇ, ਜਦੋਂ ਕਿ ਓਮੀਕਰੋਨ ਵੇਵ ਹਜੇ ਚੱਲ ਰਹੀ ਆ। ਉਹਦੇ ਨਾਲ ਉਹ ਕਹਿੰਦੇ ਵੀ ਇੰਨੀ ਛੇਤੀ ਕਰਨ ਦੇ ਨਾਲ ਕੰਮ ਖਰਾਬ ਹੋ ਸਕਦਾ। ਪਰ ਉਹਨਾਂ ਨੂੰ ਇਹ ਵੀ ਖਦਸ਼ਾ ਹੈ ਕਿ ਕਿਤੇ ਜੇ ਪ੍ਰੀਮੀਅਰ ਸਾਹਿਬ ਉਹ ਕਰ ਦਿੰਦੇ ਆ ਤੇ ਕਿਤੇ ਇਹ ਨਾ ਹੋਵੇ ਕਿ ਐਡਮਿੰਟਨ ਸ਼ਹਿਰ ਦੇ ਜਿਹੜੀ ਇਹਨਾਂ ਦੀਆਂ ਆਪਣੀਆਂ ਰੈਸਟ੍ਰਿਕਸ਼ਨਸ ਹੈਗੀਆਂ ਜਿਹੜੀਆਂ ਸਿਟੀ ਨੇ ਲਾਈਆਂ ਹੋਈਆਂ, ਵੀ ਉਹਨਾਂ ਨੂੰ ਕਿਤੇ ਓਵਰ ਰੂਲ ਨਾ ਉਹ ਗੱਲ ਕਰ ਦੇਵੇ ਕਿ ਭਾਈ ਤੁਸੀਂ ਉਹ ਰੈਸਟ੍ਰਿਕਸ਼ਨ ਨਹੀਂ ਲਾ ਰਿਹਾ। ਉਹ ਕਹਿੰਦੇ ਵੀ ਅਸੀਂ ਜੇ ਸਾਨੂੰ ਲੱਗਾ ਕਿ ਐਡਮਿੰਟੋਨੀਅਨਸ ਦੀ ਸਿਹਤ ਲਈ ਸਾਨੂੰ ਆਹ ਗੱਲ ਕਰਨੀ ਚਾਹੀਦੀ ਆ ਤਾਂ ਉਹ ਕਹਿੰਦੇ ਵੀ ਅਸੀਂ ਜ਼ਿੰਮੇਵਾਰ ਹਾਂ ਉਸ ਗੱਲ ਲਈ। ਪਰ ਦੂਸਰੇ ਪਾਸੇ ਜੇਸਨ ਕੈਨੀ ਹੋਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕਿ ਹਰੇਕ ਸਰਕਾਰ ਜਿਹੜੀ ਆ
ਉਹ ਆਪਣੀ ਜਿਹੜੀਆਂ ਮੈਂਡੇਟਸ ਇਸ ਤਰ੍ਹਾਂ ਦੇਣ। ਪਰ ਜਿਹੜੇ ਆਪੋਜੀਸ਼ਨ ਪਾਰਟੀ ਦੇ ਇਰਫਾਨ ਸਾਬੀਰ ਹੋਰੀ ਆ, ਉਹਨਾਂ ਨੇ ਗੱਲ ਆਖੀ ਕਿ ਪਿੱਛੇ ਜੇ ਜਦੋਂ ਜੇਸਨ ਕੈਨੀ ਹੋਰਾਂ ਨੂੰ ਇਹ ਗੱਲ ਪੁੱਛੀ ਗਈ ਸੀ ਸਕੂਲਾਂ ਵਾਲਿਆਂ ਵੱਲੋਂ, ਤਾਂ ਇਹਨਾਂ ਨੇ ਕਿਹਾ ਸੀ ਜੀ ਵੀ ਸਕੂਲ ਬੋਰਡ ਜਿਹੜੇ ਆ ਉਹ ਖੁਦ ਫੈਸਲਾ ਲੈਣਗੇ ਕਿ ਸਕੂਲਾਂ ਵਿੱਚ ਕਿਹੜੀਆਂ ਰਿਸਟ੍ਰਿਕਸ਼ਨਸ ਉਹਨਾਂ ਨੇ ਲਾਉਣੀਆਂ। ਤੇ ਹੁਣ ਉਹ ਕਹਿੰਦੇ ਵੀ ਮਿਊਨਿਸਪੈਲਿਟੀਜ਼ ਨੂੰ ਇਹ ਡਿਕਟੇਟ ਕਰ ਰਿਹਾ ਆ। ਉਹ ਕਹਿੰਦੇ ਵੀ ਇਹਨਾਂ ਦੀ ਆਪਣੀ ਪੋਜੀਸ਼ਨ ਕਲੀਅਰ ਨਹੀਂ। ਇਹ ਇਸ ਵੇਲੇ ਜਿਹੜੀ ਪਾਰਟੀ ਕਾਇਦੇ ਕਾਨੂੰਨ ਬਾਰੇ ਜ਼ਿਆਦਾ ਗੱਲ ਕਰਦੀ ਸੀ, ਹੁਣ ਇਹ ਉਹਨਾਂ ਲੋਕਾਂ ਮੂਹਰੇ ਝੁਕ ਰਹੀ ਆ ਜਿਹੜੇ ਆਪਣੀ ਮਤਲਬ ਉਹਨਾਂ ਨੇ ਵੈਕਸੀਨ ਨਹੀਂ ਲਵਾਈ, ਔਰ ਇਹ ਆਪਣੇ ਬੇਸ ਨੂੰ ਖੁਸ਼ ਰੱਖਣ ਲਈ ਜਿਹੜਾ ਇਹ ਕੰਮ ਕਰ ਰਿਹਾ ਇਸ ਵੇਲੇ ਕਿ ਅਸੀਂ ਜੀ ਛੇਤੀ ਹੀ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਖਤਮ ਕਰ ਦੇਣੀਆਂ ਆ। ਪਰ ਜਿਹੜੇ ਮੇਅਰ ਆ ਅਮਰਜੀਤ ਸੋਹੀ, ਉਹ ਕਹਿ ਰਹੇ ਨੇ ਕਿ ਭਾਈ ਜੇ ਸਾਨੂੰ ਉਹ ਰਿਸਟ੍ਰਿਕਸ਼ਨਸ ਇਨ ਪਲੇਸ ਰੱਖਣੀਆਂ ਪਈਆਂ ਤੇ ਅਸੀਂ ਉਹ ਕਰਨ ਦੇ ਕਾਬਿਲ ਰਹੀਏ, ਇਹ ਨਾ ਹੋਵੇ ਕਿ ਸਾਡੇ ਜਿਹੜੀ ਹੈਗੀ ਆ ਇਹ ਓਵਰ ਰੂਲ ਕਰਨ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।